सत श्री अकाल, नमस्ते, आदाब। मेरा नाम है सुरिंद्रा और कनाडा पंजाबी मीडिया ਦੇ ਸ਼ੋ ਟੋਰਾਂਟੋ ਮੇਅਰ ਵਾਲੇ ਇਲੈਕਸ਼ਨ 2023 ਦੇ ਇਸ ਐਪੀਸੋਡ ਵਿੱਚ ਤੁਹਾਡਾ ਸਵਾਗਤ ਹੈ। ਦੋਸਤੋ, ਟੋਰਾਂਟੋ ਮੇਅਰ ਦੇ ਇਲੈਕਸ਼ਨਸ 26 ਜੂਨ ਨੂੰ ਨੇ। ਹਾਲਾਂਕਿ ਉਸ ਤੋਂ ਪਹਿਲਾਂ अर्ਲੀ ਵੋਟਿੰਗਸ ਦੀ ਅਪੋਰਚੁਨਿਟੀਜ਼ ਵੀ ਦਿੱਤੀਆਂ ਗਈਆਂ ਸਨ। ਤੋ ਟੋਰਾਂਟੋ ਦਾ ਜੋ ਮੇਅਰ ਹੁੰਦਾ ਹੈ ਉਹਦਾ ਜੋ ਟੈਨਿਓਰ ਹੈ ਉਹ 4 ਸਾਲਾਂ ਦਾ ਹੁੰਦਾ ਹੈ, ਪਰ ਚूंकि ਇਹ ਬਾਈ ਇਲੈਕਸ਼ਨਸ ਨੇ ਤਾਂ ਇਸ ਇਲੈਕਸ਼ਨ ਦੀ ਯਾਨੀ ਕਿ ਹੁਣ ਜੋ ਮੇਅਰ ਬਣੇਗਾ ਉਹਦੀ ਟਰਮ ਅਕਤੂਬਰ 2026 ਤੱਕ ਹੀ ਹੋਵੇਗੀ, ਕਿਉਂਕਿ ਪਿਛਲੇ ਇਲੈਕਸ਼ਨ 2022 ਵਿੱਚ ਹੋਏ ਸੀ ਔਰ ਜੌਨ ਟੋਰੀ ਉਹ ਅਕਤੂਬਰ ਦੇ ਵਿੱਚ ਮੇਅਰ ਚੁਣੇ ਗਏ ਸਨ। ਤੋ ਲੇਕਿਨ ਫੈਬਰੂਰੀ 17 ਨੂੰ ਉਹਨਾਂ ਨੇ ਰਿਜ਼ਾਈਨ ਕੀਤਾ ਕਿਸੇ ਕੰਟਰੋਵਰਸੀ ਦੇ ਚੱਲਦੇ। ਤਾਂ ਉਸ ਤੋਂ ਬਾਅਦ ਹੀ ਇਹ ਬਾਈ ਇਲੈਕਸ਼ਨਸ ਡਿਕਲੇਅਰ ਹੋਏ। ਤਾਂ ਹੁਣ ਜੋ 26 ਜੂਨ ਨੂੰ ਇਹਦੀਆਂ ਵੋਟਾਂ ਪੈਣੀਆਂ ਨੇ ਤੇ 102 ਕੈਂਡੀਡੇਟਸ ਇਸ ਵੇਲੇ ਮੈਦਾਨ ਵਿੱਚ ਹਨ, ਪਰ 7 ਕੈਂਡੀਡੇਟਸ ਐਸੇ ਨੇ ਜੋ ਕਿ ਓਪੀਨੀਅਨ ਪੋਲਸ ਵਿੱਚ ਲੀਡ ਕਰਦੇ ਨਜ਼ਰ ਆ ਰਹੇ ਨੇ। ਤਾਂ ਇਹ 7 ਕੈਂਡੀਡੇਟਸ ਦੇ ਬਾਰੇ ਅਸੀਂ ਤੁਹਾਨੂੰ ਦੱਸਾਂਗੇ ਔਰ ਇਸ ਐਪੀਸੋਡ ਵਿੱਚ ਅਸੀਂ ਤੁਹਾਨੂੰ ਇੱਕ ਕੈਂਡੀਡੇਟ ਬਾਰੇ ਦੱਸ ਰਹੇ ਹਾਂ ਜੋ ਕਿ ਹਨ ਐਨਾ ਬੈਲਾਓ, ਤੇ ਬਾਕੀ 6 ਕੈਂਡੀਡੇਟਸ ਬਾਰੇ ਅਸੀਂ ਤੁਹਾਨੂੰ ਅਗਲੇ ਐਪੀਸੋਡਸ ਦੇ ਵਿੱਚ ਦੱਸਾਂਗੇ। ਐਨਾ ਬੈਲਾਓ 46 ਸਾਲ ਦੇ ਹਨ, ਯੂਥਫੁਲ ਹਨ ਔਰ ਉਹਨਾਂ ਦਾ ਕਹਿਣਾ ਹੈ ਕਿ ਉਹ ਉਹਨਾਂ ਦੇ ਵਿੱਚ એનર્ਜੀ ਵੀ ਹੈ ਪਲੱਸ ਐਕਸਪੀਰੀਅੰਸ ਵੀ ਹੈ ਉਹਨਾਂ ਨੂੰ, ਤੇ ਇਸ ਕਰਕੇ ਉਹ ਜ਼ਿਆਦਾ ਅੱਛਾ ਕੰਮ ਕਰ ਸਕਦੇ ਨੇ। ਉਹ ਕਰੀਬਨ 12 ਸਾਲ ਪੋਜੀਸ਼ਨ ਹੋਲਡਰ ਰਹੇ ਟੋਰਾਂਟੋ ਸਿਟੀ ਗਵਰਨਮੈਂਟ ਦੇ ਵਿੱਚ। ਉਹਨਾਂ ਦੀ ਓਰੀਐਂਟੇਸ਼ਨ ਜੋ ਹੈ ਉਹ ਸੈਂਟਰਿਸਟ ਟਾਈਪ ਦੀ ਹੈ, ਯਾਨੀ ਕਿ ਨਾ ਤਾਂ ਉਹ ਕੰਜ਼ਰਵੇਟਿਵ ਵਰਗੀ ਬਿਲਕੁਲ ਰਾਈਟ ਵਿੰਗ ਨਾਲ ਕਨੈਕਟਡ ਨੇ, ਨਾ ਹੀ ਐਨਡੀਪੀ ਵਰਗੀ ਲੈਫਟਿਸਟ ਹਨ। 2003 ਤੋਂ ਸਿਟੀ ਪੋਲਿਟਿਕਸ ਵਿੱਚ ਐਂਟਰ ਕਰਨ ਤੋਂ ਬਾਅਦ 2010 ਤੋਂ ਨਵੰਬਰ 2022 ਤੱਕ ਸਿਟੀ ਗਵਰਨਮੈਂਟ ਦੇ ਵਿੱਚ ਰਹੇ। ਕਈ ਅਚੀਵਮੈਂਟਸ ਉਹਨਾਂ ਦੇ ਨਾਮ ਹਨ, ਯਾਨੀ ਕਿ ਬੜੇ ਸਾਰੇ ਉਹਨਾਂ ਨੇ ਇਨੀਸ਼ੀਏਟਿਵ ਲਏ ਲੋਕ ਭਲਾਈ ਵਾਸਤੇ, ਐਸਾ ਉਹਨਾਂ ਦਾ ਕਹਿਣਾ ਹੈ। ਔਰ ਅਸੀਂ ਦੇਖਿਆ ਹੈ ਵਿਕੀਪੀਡੀਆ ਵਗੈਰਾ ਤੇ ਹੋਰ ਵੀ ਜੋ ਅਖਬਾਰਾਂ ਦੇ ਵਿੱਚ ਅਸੀਂ ਰਿਸਰਚ ਕੀਤੀ ਉਸ ਤੋਂ ਵੀ ਇਹ ਪਤਾ ਲੱਗਦਾ ਹੈ। ਡਿਪਟੀ ਮੇਅਰ ਵੀ ਰਹੀ, ਹਾਊਸਿੰਗ ਚੇਅਰ ਤੇ ਰਹੀ ਔਰ ਬਤੌਰ ਹਾਊਸਿੰਗ ਚੇਅਰ ਤੇ ਕੁਝ ਇਨੋਵੇਟਿਵ ਹਾਊਸਿੰਗ ਇਨੀਸ਼ੀਏਟਿਵ ਸ਼ੁਰੂ ਕੀਤੇ। ਐਨਾ ਬੈਲਾਓ ਦਾ ਕਹਿਣਾ ਹੈ ਕਿ ਉਸਨੇ ਪ੍ਰੋਵਿੰਸ਼ੀਅਲ ਅਤੇ ਫੈਡਰਲ ਗਵਰਨਮੈਂਟ ਤੋਂ ਹਾਊਸਿੰਗ ਵਾਸਤੇ ਬਿਲੀਅਨਸ ਆਫ ਡਾਲਰਸ ਦੀ ਫੰਡਿੰਗ ਲਈ। ਅਫੋਰਡੇਬਲ ਹਾਊਸਿੰਗ ਵਾਸਤੇ ਉਹਨਾਂ ਨੇ ਫੰਡਿੰਗ ਨੂੰ 96 ਮਿਲੀਅਨ ਤੋਂ 4 ਬਿਲੀਅਨ ਡਾਲਰਸ ਤੱਕ ਪਹੁੰਚਾਇਆ। ਐਨਾ ਬੈਲਾਓ ਕਿਸੇ ਵੀ ਮੇਜਰ ਪੋਲੀਟੀਕਲ ਪਾਰਟੀ ਦੇ ਨਾਲ ਨਹੀਂ ਜੁੜੇ ਹਨ, ਜਿਵੇਂ ਕਿ ਅਸੀਂ ਤੁਹਾਨੂੰ ਪਹਿਲੇ ਵੀ ਦੱਸਿਆ। ਇਸ ਕਰਕੇ ਉਹ ਕਹਿੰਦੇ ਨੇ ਕਿ ਉਹ ਸਿਰਫ ਟੋਰਾਂਟੋ ਰੈਜ਼ੀਡੈਂਟਸ ਦੇ ਵੈਲਫੇਅਰ ਲਈ ਕੰਮ ਕਰੇਗੀ ਤੇ ਨਾ ਤਾਂ ਕਿਸੇ ਪਾਰਟੀ ਦੀ ਆਪੋਜੀਸ਼ਨ ਔਰ ਨਾ ਹੀ ਕਿਸੇ ਨੂੰ ਫੋਲੋ ਕਰਨ ਵਿੱਚ ਸਿਟੀ ਗਵਰਨਮੈਂਟ ਦੀ એનર્ਜੀ ਨੂੰ ਖਰਚ ਹੋਣ ਦੇਵੇਗੀ ਅਗਰ ਉਹ ਮੇਅਰ ਬਣਦੀ ਹੈ ਤਾਂ। ਐਨਾ ਬੈਲਾਓ ਦੇ ਵੱਡੇ ਕ੍ਰੈਡੈਂਸ਼ੀਅਲਸ ਕੀ ਹਨ ਉਹ ਦੇਖੀਏ। ਉਹਨਾਂ ਦੇ ਟਰੈਕ ਰਿਕਾਰਡ ਤੋਂ ਪਤਾ ਚੱਲਦਾ ਹੈ ਕਿ ਐਨਾ ਬੈਲਾਓ ਨੇ ਸਰਕਾਰੀ ਮਿਲਕੀਅਤ ਦੀ ਰੱਖਿਆ ਕੀਤੀ। ਉਹ ਕਿਸ ਤਰ੍ਹਾਂ? ਉਹ ਹੈ ਕਿ ਫਾਰ ਰਾਈਟ ਅਪਰੋਚ ਦੇ ਨਾਲ ਲੜਾਈ ਕੀਤੀ। ਕੀ ਹੋਇਆ ਸੀ ਕਿ 2022 ਵਿੱਚ ਜਦੋਂ ਮੇਅਰ ਰੌਬ ਫੋਰਡ ਜਿਨ੍ਹਾਂ ਦਾ ਹੁਣ ਡਿਮਾਈਸ ਹੋ ਚੁੱਕਿਆ, ਜੋ ਕਿ ਇਸ ਵੇਲੇ ਓਨਟਾਰੀਓ ਦੇ ਪ੍ਰੀਮੀਅਰ ਨੇ, ਡਗ ਫੋਰਡ ਉਹਨਾਂ ਦੇ ਬ੍ਰਦਰ ਸੀਗੇ। ਤਾਂ ਮੇਅਰ ਰੌਬ ਫੋਰਡ ਨੇ 706 ਸਿਟੀ ਓਨਡ ਘਰਾਂ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਸੀ। ਤਾਂ ਐਨਾ ਬੈਲਾਓ ਦੇ ਗਰੁੱਪ ਨੇ ਇੱਕ ਰਿਪੋਰਟ ਤਿਆਰ ਕਰਕੇ ਸਿਰਫ 55 ਸਰਕਾਰੀ ਘਰਾਂ ਨੂੰ ਹੀ ਵੇਚਣਾ ਰਿਕਮੈਂਡ ਕੀਤਾ। ਤਾਂ ਉਹਨਾਂ ਨੇ ਉਹ ਘਰਾਂ ਨੂੰ ਵਿਕਣ ਤੋਂ ਬਚਾ ਲਿਆ। ਇਸ ਤੋਂ ਪਤਾ ਚੱਲਦਾ ਹੈ ਕਿ ਐਨਾ ਬੈਲਾਓ ਦੀ ਅਪਰੋਚ ਸੈਂਟਰਿਸਟ ਹੈ, ਯਾਨੀ ਕਿ ਪ੍ਰੋ ਪ੍ਰਾਈਵੇਟਾਈਜੇਸ਼ਨ ਦੀ ਨਹੀਂ ਹੈ, ਪਰ ਪ੍ਰਾਈਵੇਟਾਈਜੇਸ਼ਨ ਦੇ ਅਗੇਂਸਟ ਵੀ ਨਹੀਂ ਨੇ, ਇਹ ਉਹਨਾਂ ਦਾ ਕਹਿਣਾ ਹੈ। ਉਹ ਇਹ ਗੱਲ ਮੈਂ ਤਾਂ ਕਰ ਰਿਹਾ ਕਿਉਂਕਿ 2011 ਵਿੱਚ ਜਦੋਂ ਟੋਰਾਂਟੋ ਵਿੱਚ ਹਾਊਸਿੰਗ ਵਾਸਤੇ ਪ੍ਰੋਵਿੰਸ਼ੀਅਲ ਅਤੇ ਫੈਡਰਲ ਗਵਰਨਮੈਂਟ ਦੀ ਫੰਡਿੰਗ ਘੱਟ ਕਰ ਦਿੱਤੀ ਗਈ ਸੀ। ਜੀ ਹਾਂ, 2011 ਵਿੱਚ ਕੀ ਹੋਇਆ ਸੀ ਕਿ ਟੋਰਾਂਟੋ ਦੇ ਵਿੱਚ ਹਾਊਸਿੰਗ ਵਾਸਤੇ ਜੋ ਫੰਡਿੰਗ ਮਿਲਦੀ ਹੈ ਪ੍ਰੋਵਿੰਸ਼ੀਅਲ ਗਵਰਨਮੈਂਟ ਤੋਂ ਵੀ ਤੇ ਫੈਡਰਲ ਗਵਰਨਮੈਂਟ ਤੋਂ, ਦੋਨਾਂ ਨੇ ਘਟਾ ਲਈ, ਕਾਫੀ ਘੱਟ ਫੰਡਿੰਗ ਹੋ ਗਈ, ਬੜਾ ਕ੍ਰਾਈਸਿਸ ਦਾ ਟਾਈਮ ਆ ਗਿਆ। ਤਾਂ ਐਨਾ ਬੈਲਾਓ ਨੇ ਔਰ ਅਫੋਰਡੇਬਲ ਹਾਊਸਿੰਗ ਕਮੇਟੀ ਨੇ ਪ੍ਰਾਈਵੇਟ ਸੈਕਟਰ ਐਕਸਪਰਟਸ ਦੇ ਨਾਲ ਰਾਉਂਡ ਟੇਬਲ ਮੀਟਿੰਗ ਕਰਕੇ ਅਫੋਰਡੇਬਲ ਹਾਊਸਿਸ ਬਣਾਉਣ ਦੀ ਪਲੈਨਿੰਗ ਕੀਤੀ, ਯਾਨੀ ਕਿ ਉਹਨਾਂ ਨੇ ਪ੍ਰਾਈਵੇਟ ਸੈਕਟਰ ਨੂੰ ਵਿੱਚ ਲਿਆਉਣ ਵਿੱਚ ਕੋਈ ਗੁਰੇਜ਼ ਨਹੀਂ ਕੀਤਾ। ਤੋ ਐਨਾ ਬੈਲਾਓ ਦਾ ਇੱਕ ਵੱਡਾ ਇਨੀਸ਼ੀਏਟਿਵ ਕ੍ਰੀਏਟ ਟੀਓ ਨਾਮ ਦੀ ਏਜੰਸੀ ਬਣਾਉਣਾ ਵੀ ਸੀਗਾ, ਔਰ ਜੋ ਕਿ ਇਸ ਵੇਲੇ ਚੱਲ ਰਹੀ ਹੈ। ਇਹ ਏਜੰਸੀ ਸਿਟੀ ਗਵਰਨਮੈਂਟ ਦੀ ਲੈਂਡ ਦੇ ਉੱਪਰ ਅਫੋਰਡੇਬਲ ਹਾਊਸਿੰਗ ਬਣਾਉਣ ਦਾ ਕੰਮ ਕਰਦੀ ਹੈ। ਔਰ ਲੇਕਿਨ ਇਹਦੇ ਪਹਿਲਾ ਜੋ ਪ੍ਰੋਜੈਕਟ ਹੈ ਉਹਦੀ ਕੰਸਟਰਕਸ਼ਨ ਅਜੇ ਕੁਝ ਦਿਨ ਪਹਿਲਾਂ ਹੀ ਸ਼ੁਰੂ ਹੋਈ ਹੈ, ਯਾਨੀ ਕਿ ਹੁਣ ਸ਼ੁਰੂ ਹੋ ਗਿਆ ਉਸ ਇਨੀਸ਼ੀਏਟਿਵ ਦੇ ਉੱਪਰ ਪ੍ਰੈਕਟੀਕਲੀ ਕੰਮ।
2020 ਵਿੱਚ ਪੁਲਿਸ ਡਿਫੰਡਿੰਗ ਦੇ ਖਿਲਾਫ ਵੋਟ ਕਰਕੇ ਇਹਨਾਂ ਨੇ ਪਬਲਿਕ ਸੇਫਟੀ ਵਾਸਤੇ ਵੀ ਆਪਣਾ ਵਿਚਾਰ ਕਲੀਅਰ ਕਰ ਦਿੱਤਾ ਸੀ। ਯਾਨੀ ਕਿ ਐਨਾ ਬੈਲਾਓ ਪੁਲਿਸ ਫੰਡਿੰਗ ਦੇ ਅਗੇਂਸਟ ਨਹੀਂ ਹਨ, ਉਹ ਡਿਫੰਡਿੰਗ ਨਹੀਂ ਕਰਾਉਣਾ ਚਾਹੁੰਦੇ, ਇਹ ਉਹਨਾਂ ਦਾ ਕਹਿਣਾ ਹੈ। ਪਰ ਉਹਨਾਂ ਨੇ ਇਹ ਵੀ ਦੱਸਿਆ ਸਾਨੂੰ ਕਿ ਹਾਊਸਿੰਗ ਚੇਅਰਪਰਸਨਸ਼ਿਪ ਦੇ ਵਿੱਚ ਜਦੋਂ ਹਾਊਸਿੰਗ ਚੇਅਰ ਤੇ ਸੀਗੀ ਤਾਂ 2020 ਤੋਂ 2030 ਤੱਕ ਹਾਊਸਿੰਗ ਐਕਸ਼ਨ ਪਲਾਨ ਤਿਆਰ ਕੀਤਾ ਗਿਆ ਸੀ, ਔਰ ਇਸ ਪਲਾਨ ਵਿੱਚ ਬੜੇ ਸਾਰੇ ਇਨੀਸ਼ੀਏਟਿਵ ਲਏ ਗਏ ਸਨ, ਇਨੋਵੇਟਿਵ ਤਰੀਕੇ ਕੱਢੇ ਗਏ ਸਨ ਟੋਰਾਂਟੋ ਦੀ ਹਾਊਸਿੰਗ ਪ੍ਰੋਬਲਮਸ ਨੂੰ ਸੋਲਵ ਕਰਨ ਲਈ। ਪਰ ਅਸਲੀ ਸਵਾਲ ਤਾਂ ਇਹ ਹੈ ਕਿ ਹੁਣ ਜੋ ਪ੍ਰੋਬਲਮ ਇਸ ਵੇਲੇ ਟੋਰਾਂਟੋ ਵਿੱਚ ਹੈ, ਇਸ ਵੇਲੇ ਯਾਨੀ ਕਿ ਫੰਡਿੰਗ ਦੀ ਪ੍ਰੋਬਲਮ ਹੈ, ਘਾਟੇ ਦਾ ਬਜਟ ਚੱਲ ਰਿਹਾ ਹੈ, ਪੈਸੇ ਦੀ ਵੱਡੀ ਘਾਟ ਹੈ, ਉਹਦਾ ਸੋਲੂਸ਼ਨ ਕਿੱਥੋਂ ਆਏਗਾ? ਐਨਾ ਬੈਲਾਓ ਦਾ ਕਹਿਣਾ ਹੈ ਕਿ ਉਸਨੇ ਸਾਰੀ ਪ੍ਰੋਬਲਮਸ ਦੇ ਉੱਪਰ ਵਰਕਆਊਟ ਕੀਤਾ ਹੈ। TTC ਯਾਨੀ ਟੋਰਾਂਟੋ ਟ੍ਰਾਂਜ਼ਿਟ ਦੀ ਸਰਵਿਸਿਜ਼ ਜੋ ਘਟਾ ਦਿੱਤੀਆਂ ਗਈਆਂ ਨੇ ਅਤੇ ਜਿਸ ਕਰਕੇ ਲੋਕਾਂ ਨੂੰ ਕਾਫੀ ਦਿੱਕਤ ਆ ਰਹੀ ਹੈ, TTC ਦੀ ਸਰਵਿਸਿਜ਼ ਨੂੰ ਮੁੜ ਤੋਂ ਵਧਾਇਆ ਜਾਵੇਗਾ। ਐਨਾ ਬੈਲਾਓ ਦਾ ਕਹਿਣਾ ਹੈ ਕਿ ਉਹ TTC ਦੀ ਸਰਵਿਸਿਜ਼ ਨੂੰ ਹੋਰ ਕਾਫੀ ਵਧਾਣਗੇ ਕਿ ਲੋਕਾਂ ਨੂੰ ਬਿਲਕੁਲ ਪ੍ਰੋਬਲਮ ਨਾ ਆਏ, ਔਰ ਇਹਦੇ ਵਾਸਤੇ ਉਹ ਜ਼ਿਆਦਾ ਸਟਾਫ ਮੁਹੱਈਆ ਕਰਾਉਣਗੇ, ਅਪਾਇੰਟ ਕਰਵਾਉਣਗੇ ਤੇ ਫੰਡਿੰਗ ਦੇਣਗੇ। ਪਰ ਵੱਡਾ ਸਵਾਲ ਫੰਡਿੰਗ ਆਏਗੀ ਕਿੱਥੋਂ? ਇੰਨੀ ਜ਼ਿਆਦਾ ਫੰਡਿੰਗ ਕਿੱਥੋਂ ਆਏਗੀ? ਜਦੋਂ ਮੈਂ ਪੁੱਛਿਆ ਐਨਾ ਬੈਲਾਓ ਨੂੰ ਇਸ ਬਾਰੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹ ਫੰਡਿੰਗ ਲਿਆਉਣ ਵਾਸਤੇ ਉਹਨਾਂ ਨੇ ਇੱਕ ਬੜਾ ਇਨੋਵੇਟਿਵ ਤਰੀਕਾ ਕੱਢਿਆ ਹੋਇਆ ਹੈ ਕਿ 2 ਵੱਡੇ ਹਾਈਵੇਜ਼ ਨੇ ਓਨਟਾਰੀਓ ਦੇ ਜੋ ਕਿ ਸ਼ਹਿਰ ਦੇ ਵਿੱਚੋਂ ਲੰਘਦੇ ਨੇ, ਇੱਕ ਤਾਂ ਗਾਰਡਨਰ ਔਰ ਇੱਕ ਹੈ DVP ਯਾਨੀ ਡੌਨ ਵੈਲੀ ਪਾਰਕ। ਸੋ ਇਹ ਹਾਈਵੇਜ਼ ਨੂੰ ਓਨਟਾਰੀਓ ਗਵਰਨਮੈਂਟ ਨੂੰ ਵੇਚ ਦੇਣਗੇ, ਉਹ ਐਸਾ ਪ੍ਰਪੋਜ਼ਲ ਦੇਣਗੇ, ਉਹਨਾਂ ਨੂੰ ਵਾਪਸ ਦੇ ਦੇਣਗੇ, ਔਰ ਉਹਦੇ ਨਾਲ ਜੋ ਪੈਸੇ ਆਣਗੇ ਉਹ TTC ਨੂੰ ਔਰ ਦੂਸਰੇ ਕੰਮਾਂ ਲਈ ਉਹ ਖਰਚ ਕਰ ਸਕਦੇ ਨੇ। ਪਰ ਸਵਾਲ ਇਹ ਹੈ ਕਿ ਪ੍ਰੀਮੀਅਰ ਡਗ ਫੋਰਡ ਕਿਉਂ ਕਰ ਮੰਨਣਗੇ ਇਹ ਗੱਲ ਨੂੰ? ਤਾਂ ਐਨਾ ਬੈਲਾਓ ਨੇ ਸਮਾਈਲ ਕਰਦੇ ਹੋਏ ਸਾਨੂੰ 2 ਪੁਆਇੰਟ ਦੱਸੇ। ਇੱਕ ਤਾਂ ਹੈ ਕਿ ਹਰ ਸਾਲ ਦੇ ਐਂਡ ਵਿੱਚ ਟੋਰਾਂਟੋ ਸਿਟੀ ਗਵਰਨਮੈਂਟ ਦੇ ਘਾਟੇ ਨੂੰ ਪੂਰਾ ਕਰਨ ਲਈ ਓਨਟਾਰੀਓ ਗਵਰਨਮੈਂਟ ਪੈਸੇ ਦਿੰਦੀ ਹੈ। ਜੇਕਰ ਟੋਰਾਂਟੋ ਕੋਲ ਹਾਈਵੇ ਵੇਚਣ ਨਾਲ ਚੰਗੇ ਪੈਸੇ ਆ ਜਾਣਗੇ ਤਾਂ ਫਿਰ ਇਹ ਘਾਟਾ ਨਹੀਂ ਹੋਵੇਗਾ। ਦੂਜਾ ਹੈ ਕਿ ਡਗ ਫੋਰਡ ਨੂੰ ਟੋਰਾਂਟੋ ਦੇ ਵੋਟਰ ਦਾ ਲਿਹਾਜ਼ ਵੀ ਰੱਖਣਾ ਪਏਗਾ, ਕਿਉਂਕਿ ਆਫਟਰ ਆਲ ਉਹ ਪੋਲੀਟੀਕਲੀ ਟੋਰਾਂਟੋ ਦੇ ਪਬਲਿਕ ਨਾਲ ਉਹਨਾਂ ਦੇ ਅਗੇਂਸਟ ਨਹੀਂ ਜਾ ਸਕਦੇ। ਤਾਂ ਇਹ ਸਾਰੇ ਲੌਜਿਕਸ ਉਹਨਾਂ ਨੇ ਦੱਸੇ, ਔਰ ਐਨਾ ਬੈਲਾਓ ਆਪਣੇ ਆਪ ਨੂੰ ਫਰਮ ਐਂਡ ਫੇਅਰ ਕਹਿੰਦੇ ਨੇ। ਇਸ ਤੋਂ ਇਲਾਵਾ ਐਨਾ ਬੈਲਾਓ ਪ੍ਰਾਪਰਟੀ ਟੈਕਸਿਸ ਨੂੰ ਜ਼ਿਆਦਾ ਵਧਾਉਣ ਦੇ ਖਿਲਾਫ ਨਜ਼ਰ ਆਉਂਦੇ ਨੇ। ਉਹ ਉਹਨਾਂ ਦਾ ਕਹਿਣਾ ਹੈ ਕਿ ਉਹ ਇਨਫਲੇਸ਼ਨ ਰੇਟ ਤੋਂ ਘੱਟ ਹੀ ਰੱਖਣਗੇ ਪ੍ਰਾਪਰਟੀ ਟੈਕਸਿਸ ਨੂੰ। ਸੀਨੀਅਰਸ ਲਈ ਸਰਵਿਸਿਜ਼ ਵਿੱਚ ਇੰਪਰੂਵਮੈਂਟ, ਬਿਹਤਰ ਰਿਕ੍ਰੀਏਸ਼ਨਲ ਐਕਟੀਵਿਟੀਜ਼ ਫॉर ਆਲ, ਵਿਮਨ ਅਤੇ ਜੈਂਡਰ ਐਡਵਰਸ ਲੋਕਾਂ ਲਈ ਰੈਂਟਲ ਅਸਿਸਟੈਂਸ ਵਰਗੇ ਪ੍ਰੋਮਿਸਿਸ ਐਨਾ ਬੈਲਾਓ ਨੇ ਕੀਤੇ ਨੇ। ਕਿਸੇ ਡਿਵੈਲਪਮੈਂਟਲ ਪ੍ਰੋਜੈਕਟ ਲਈ ਰੈਂਟਲ ਅਪਾਰਟਮੈਂਟਸ ਨੂੰ ਢਾਉਣ ਤੋਂ ਰੋਕਣ ਲਈ ਟੈਂਪਰੇਰੀ ਫ੍ਰੀਜ਼ ਲਿਆਉਣ ਦੀ ਗੱਲ ਵੀ ਐਨਾ ਬੈਲਾਓ ਕਰਦੀ ਹੈ। ਹਾਲਾਂਕਿ ਇਸ ਇਲੈਕਸ਼ਨ ਵਿੱਚ ਲਿਬਰਲ ਪਾਰਟੀ ਦੀ ਓਨਟਾਰੀਓ ਦੀ ਐਕਸ MP ਮਿਟਜ਼ੀ ਹੰਟਰ ਅਤੇ ਫਾਰਮਰ ਲਿਬਰਲ MP ਸੈਲੀਨਾ ਸੀਜ਼ਰ ਵੀ ਹਨ, ਪਰ ਐਨਾ ਬੈਲਾਓ ਨੂੰ 9 ਲਿਬਰਲ MPs ਦਾ ਸਪੋਰਟ ਮਿਲ ਰਿਹਾ ਹੈ। ਐਨਾ ਬੈਲਾਓ ਆਪਣੇ ਆਪ ਨੂੰ ਕਿਸੇ ਵੀ ਪਾਰਟੀ ਦੇ ਨਾਲ ਅਲਾਈਨ ਨਹੀਂ ਦੱਸਦੀ। ਉਸਦਾ ਕਹਿਣਾ ਹੈ ਕਿ ਉਹ ਟੋਰਾਂਟੋ ਸਿਟੀ ਦੇ ਕੰਮ ਕਰਵਾਉਣ ਲਈ ਸਭ ਦੇ ਨਾਲ ਕੰਸੈਂਸਸ ਕਰ ਸਕਦੀ ਹੈ, ਔਰ ਉਸਨੇ ਪਾਸਟ ਵਿੱਚ ਵੀ ਇਸੇ ਤਰ੍ਹਾਂ ਕਰਕੇ ਕਈ ਵੱਡੇ ਅਚੀਵਮੈਂਟਸ ਕੀਤੇ ਟੋਰਾਂਟੋ ਸ਼ਹਿਰ ਲਈ, ਐਸਾ ਕਈ ਕ੍ਰਿਟਿਕਸ ਦਾ ਵੀ ਕਹਿਣਾ ਹੈ। ਸੋ ਇਹ ਸੀ ਐਨਾ ਬੈਲਾਓ ਦੇ ਬਾਰੇ ਗੱਲਬਾਤ, ਔਰ ਅਗਲੇ ਐਪੀਸੋਡਸ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਦੂਸਰੇ ਕੈਂਡੀਡੇਟਸ ਦੇ ਬਾਰੇ। ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਹੁਣ ਦਿਓ ਇਜਾਜ਼ਤ ਆਪਣੇ ਦੋਸਤ ਸੁਰਿੰਦਰ ਨੂੰ।